ਅੱਖਾਂ ਬੰਦ ਕਰਦੇ 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 ਜਿਵੇਂ ਮੈਂ ਕਿਸੇ ਅਸਮਾਨ 'ਚ ਚਲੀ ਗਈ, ਬਹੁਤ ਉੱਪਰ ਚਲੀ ਗਈ ਤੇ ਮੈਂ ਮੇਰੀ ਬੋਡੀ ਉੱਥੇ ਸੀਗੀ ਬਟ ਮੇਰੀ ਸੋਲ ਉੱਥੇ ਨਹੀਂ ਸੀਗੀ। ਅੱਧੇ ਸੈਕਿੰਡ ਲਈ ਰੋਸ਼ਨੀ ਆਈ। ਮੈਨੂੰ ਬੰਬੇ ਮੇਰੇ ਆਪਣੇ ਘਰ 'ਚ ਨੀਂਦ ਨਹੀਂ ਆਈ। ਕਿਉਂ? ਮੇਰੇ ਤੇ ਭਾਰ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਆਪਾਂ ਕਿਸੇ ਦੀ ਨੈਗੇਟਿਵ ਚੀਜ਼ ਕਿਸੇ ਤੇ ਟ੍ਰਾਂਸਫਰ ਕਰਦੇ ਹਾਂ, ਉਹ ਚੀਜ਼ ਕਿਸੇ ਨੂੰ ਤਾਂ ਤੰਗ ਕਰਦੀ ਹੈ ਨਾ। ਜਦੋਂ ਆਪਾਂ ਇੱਕ ਚੀਜ਼ ਦੀ ਬਲੀ ਦਿੰਦੇ ਹਾਂ, ਉਹਦੀ ਬਲੀ ਬਚਾ ਕੇ ਆਪਾਂ ਕਿਸੇ ਹੋਰ ਦੀ ਬਲੀ ਤਾਂ ਦੇਣੀ ਪੈਂਦੀ ਹੈ ਨਾ। ਨੈਗੇਟਿਵ ਚੀਜ਼ਾਂ ਵੀ ਹੈ, ਪੋਜ਼ੀਟਿਵ ਵੀ ਹੈ। ਮੈਨੂੰ ਪਤਾ ਸਾਡੇ ਗੁਰੂਆਂ ਨੇ ਚੀਜ਼ਾਂ ਸਾਰੀਆਂ ਖ਼ਤਮ ਕੀਤੀਆਂ, ਬਟ ਕਿਤੇ ਨਾ ਕਿਤੇ ਸ਼ੈਤਾਨੀ ਪਾਵਰ ਹੈਗੀ ਹੈ। ਜਿਹੜੇ ਬੰਦੇ ਰੱਬ ਦੀ ਇਬਾਦਤ ਕਰਦੇ, ਤੇ ਤੁਹਾਨੂੰ ਇਹ ਪਤਾ ਹੈ ਜਦੋਂ ਅੱਲਾਹ ਤਾਲਾ ਨੇ ਫਰਿਸ਼ਤੇ ਤੇ ਸ਼ੈਤਾਨ ਬਣਾਏ ਸੀਗੇ, ਸ਼ੈਤਾਨ ਨੇ ਕਿਹਾ ਸੀ ਵੀ ਤੇਰੇ ਜਿੰਨੇ ਬੰਦੇ ਆ ਤੇਰੀ ਇਬਾਦਤ ਕਰ ਰਹੇ, ਮੈਂ ਸਭ ਨੂੰ ਭੜਕਾਊਂਗਾ, ਸਭ ਨੂੰ ਆਪਣੇ ਵੱਲ ਲਾ ਲੂੰਗਾ, ਉਹਨਾਂ ਨੂੰ ਇੰਨੀ ਸ਼ਾਨੋ ਸ਼ੌਕਤ, ਸ਼ੌਹਰਤ, ਪੈਸਾ ਸਭ ਕੁਝ ਦਿਖਾਊਂਗਾ। ਪਰ ਰੱਬ ਨੇ ਕਿਹਾ ਸੀ ਨਹੀਂ, ਜਿਹੜੀ ਮੇਰੀ ਇਬਾਦਤ ਕਰਦੇ ਉਹ ਕਦੀ ਵੀ ਨਹੀਂ ਭਟਕਣਗੇ, ਤੇਰੇ ਵੱਲ ਕਦੀ ਨਹੀਂ ਆਉਣਗੇ। ਤੂੰ ਜੋ ਮਰਜ਼ੀ ਕਰ ਲੈ, ਤੂੰ ਮੇਰੇ ਬੰਦਿਆਂ ਨੂੰ ਟੱਚ ਨਹੀਂ ਕਰ ਪਾਏਂਗਾ। ਸੋ ਇਹ ਚੀਜ਼ਾਂ ਹੁੰਦੀਆਂ, ਭਾਰ ਪੈਂਦੇ ਆ, ਇਹ ਚੀਜ਼ਾਂ ਸਾਨੂੰ ਡਰਾਉਂਦੀਆਂ ਬਟ ਸਾਨੂੰ ਟੱਚ ਨਹੀਂ ਕਰ ਸਕਦੀਆਂ। ਤੁਹਾਨੂੰ ਉਹ ਚੀਜ਼ਾਂ ਤੰਗ ਕਰਨ ਲੱਗੀਆਂ ਜਦੋਂ ਸੁੱਤੇ ਪਿਆ ਨੂੰ, ਉੱਧਰੋਂ ਹਟੀਆਂ, ਤੁਹਾਡੇ ਵੱਲ ਨੂੰ ਹੋ ਗਈਆਂ, ਫਿਰ ਤੁਸੀਂ ਕੀ ਚੀਜ਼ਾਂ ਮਹਿਸੂਸ ਕੀਤੀਆਂ ਉਸ ਵਕਤ? ਮੈਂ ਮੇਰੇ ਤੇ ਭਾਰ ਪੈਣਾ ਸ਼ੁਰੂ ਹੋ ਗਿਆ। ਮੇਰੇ ਤੇ ਕਦੀ ਭਾਰ ਨਹੀਂ ਪੈਂਦਾ। ਹੁਣ ਪਿੱਛੇ ਜੇ 1 ਮਹੀਨਾ ਪਹਿਲਾਂ ਜਦੋਂ ਮੈਂ ਨਵੇਂ ਘਰ 'ਚ ਸ਼ਿਫਟ ਹੋਈ ਹਾਂ ਤੇ ਮੈਂ ਆਪਣੀ ਇਬਾਦਤ ਵਾਲੇ ਪਾਠ ਵਾਲੇ ਕਮਰੇ 'ਚ ਮੈਂ ਸਾਰੇ ਸਟਾਰਸ ਲਾਏ ਹੋਏ ਆ, ਵਰਲਡ ਮੈਪ ਲਾਇਆ ਹੋਇਆ ਪਿੱਛੇ, ਤੇ ਮੈਂ ਉੱਥੇ ਸੌਂਦੀ ਸੀਗੀ ਤੇ ਸਵੇਰੇ ਉੱਠ ਕੇ ਮੈਂ ਪਾਠ ਕਰਦੀ ਸੀਗੀ ਤੇ ਮੈਨੂੰ 40-45 ਮਿੰਟ ਮੇਰੀ ਛਾਤੀ ਤੇ ਭਾਰ ਪਿਆ। ਮਤਲਬ ਇੰਨਾ ਵੀ ਮੈਨੂੰ ਲੱਗੇ ਵੀ ਮੈਂ ਮਰ ਜੂੰਗੀ। ਮੈਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮੈਂ ਤੋਂ ਹਿੱਲਿਆ ਨਹੀਂ ਜਾ ਰਿਹਾ। ਤੇ ਸੁੱਤੇ ਪਿਆ ਨੂੰ ਹੁੰਦਾ ਸੀ? ਸੁੱਤੇ ਪਿਆ ਨੂੰ ਰਾਤੀ 12 ਵਜੇ ਤੋਂ 1 ਵਜੇ ਤੱਕ ਹੋਇਆ ਮੈਨੂੰ, ਇੱਕ ਰਾਤ ਹੋਇਆ। ਮਤਲਬ ਇੰਨਾ ਜ਼ਬਰਦਸਤ ਮੈਨੂੰ ਹੋਇਆ ਕਿ ਮੈਂ ਹਿੱਲ ਗਈ। ਅਗਲੇ 2-3 ਦਿਨ ਮੈਂ ਠੀਕ ਨਹੀਂ ਹੋ ਪਾਈ। ਮੈਂ ਫਿਰ ਪੜ੍ਹਿਆ, ਮੈਂ ਕਿ ਕੋਈ ਕਹਿੰਦਾ ਸਲੀਪ ਪੈਰਾਲਾਈਜ਼ ਹੁੰਦਾ, ਇਹ ਹੁੰਦਾ, ਉਹ ਹੁੰਦਾ, ਨਹੀਂ, ਬਟ ਭਾਰ ਹੁੰਦੇ ਆ। ਦੈਨ ਮੈਂ ਦੇਖਿਆ, ਮੈਂ ਕਿਹਾ ਮੈਂ ਤਾਂ ਯਾਰ ਇਸ ਕਮਰੇ 'ਚ ਪਾਠ ਕਰਦੀ ਹਾਂ, ਸਭ ਕੁਛ ਕਰਦੀ ਹਾਂ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਐਂਡ ਮੇਰੇ ਕੋਲ 4 ਕੁੱਲ ਹੈਗੇ, ਉਹਦੀ ਫੋਟੋ ਲਾਈ ਹੋਈ ਹੈ, ਔਰ ਕੁਰਾਨ ਸ਼ਰੀਫ ਹੈ ਉੱਥੇ, ਗੁਟਕਾ ਸਾਹਿਬ ਪਿਆ। ਫਿਰ ਮੇਰੇ ਨਾਲ ਕੀ ਹੋਇਆ, ਫਿਰ ਮੈਂ ਦੇਖਿਆ ਕਿ ਆ ਨਾ ਮੈਂ ਆਪਣੇ ਹੱਥ 'ਚ 5 ਤਖਤਾਂ ਦੇ ਕੜੇ ਪਾਏ ਹੋਏ, ਜਿੰਨੇ ਵੀ ਸਾਡੇ ਸੱਚਖੰਡ 5 ਤਖਤ ਹੈ, ਸਭ ਜਗ੍ਹਾ ਬਾਬਾ ਜੀ ਨੇ ਮੈਨੂੰ ਬੁਲਾਇਆ ਅਤੇ ਇਹ ਸਾਰੇ ਮੈਂ ਪਾਏ ਹੋਏ ਆ। ਕਿਤੇ ਦੂਜੀ ਵਾਰ ਵੀ ਹੋ ਕੇ ਆਈ ਹਾਂ ਤਾਂ ਡਬਲ ਕਰਤਾ ਮੈਂ। ਅਤੇ ਇਹ ਕੜੇ ਮੈਂ ਲਾ ਕੇ ਕੁਰਾਨ ਸ਼ਰੀਫ ਦੇ ਨਾਲ ਰੱਖੇ ਹੋਏ ਸੀਗੇ। ਇਹ ਕੜੇ ਨਹੀਂ ਸੀ ਮੇਰੇ ਹੱਥ 'ਚ ਪਏ ਹੋਏ ਜਦੋਂ ਮੇਰੇ 'ਤੇ ਭਾਰ ਪਿਆ ਛਾਤੀ 'ਤੇ, ਕਿਉਂਕਿ ਕਈ ਵਾਰੀ ਸੁੱਤੇ ਪਏ ਨਾ ਇੱਦਾਂ ਨਿਸ਼ਾਨ ਪੈ ਜਾਂਦੇ ਸੀ ਅਤੇ ਮੈਂ ਉਤਾਰ ਕੇ ਸਾਈਡ 'ਤੇ ਰੱਖ ਦਿੱਤੇ। ਮੈਨੂੰ ਸਮਝ ਨਾ ਆਵੇ, ਮੈਂ ਪਾਠ ਵੀ ਕੀਤਾ, ਆਇਤਲ ਕੁਰਸੀ ਵੀ ਲਗਾਈ, ਚੌਪਈ ਸਾਹਿਬ ਦਾ ਪਾਠ ਲਾਇਆ, ਕੀਰਤਨ ਸੋਹਿਲਾ ਲਾਇਆ, ਵੀ ਫਿਰ ਮੈਂ ਸਭ ਕੁਛ ਲਗਾ ਕੇ ਸੌਂਦੀ ਹਾਂ। ਫਿਰ ਮੇਰੇ 'ਤੇ ਭਾਰ ਕਿੱਦਾਂ ਪੈ ਗਿਆ? ਆਈ ਵਾਜ਼ ਕਨਫਿਊਜ਼ਡ। ਜਿਹੜਾ ਕਹਿੰਦੇ ਇਨਸਾਨ ਪਾਠ ਕਰਦਾ ਉਹਦੇ ਤਾਂ ਲਾਗੇ ਇਹ ਚੀਜ਼ਾਂ ਹੀ ਨਹੀਂ ਆਉਂਦੀਆਂ। ਫਿਰ ਮੈਨੂੰ ਯਾਦ ਆਇਆ ਵੀ ਆਹ ਚੀਜ਼ਾਂ ਮੇਰੇ ਤੋਂ ਦੂਰ ਹੈ। ਇਹ ਸਾਰੇ ਮੈਂ ਬਾਬਾ ਜੀ ਦੇ ਸ਼ਸਤਰਾਂ ਨੂੰ ਲਵਾ ਕੇ ਮੈਂ ਪਾਏ ਹੋਏ ਆ। ਹਜ਼ੂਰ ਸਾਹਿਬ ਹੋ ਗਿਆ, ਦਮਦਮਾ ਸਾਹਿਬ ਹੋ ਗਿਆ, ਗੋਲਡਨ ਟੈਂਪਲ ਹੋ ਗਿਆ, ਕੇਸਗੜ੍ਹ ਸਾਹਿਬ ਹੋ ਗਿਆ, ਅਤੇ ਇਹ ਮੈਂ ਪਾਏ। ਜਿਸ ਰਾਤ ਮੈਂ ਪਾਏ ਉਸ ਦਿਨ ਤੋਂ ਲੈ ਕੇ ਅੱਜ ਤੱਕ ਟੱਚ ਵੁੱਡ ਮੈਨੂੰ ਕੁਛ ਵੀ ਨਹੀਂ ਹੋ ਰਿਹਾ। ਆਈ ਫੀਲ ਸੋ ਸਟਰੋਂਗ, ਸੋ ਪੋਜ਼ੀਟਿਵ। ਅੱਛਾ, ਇਹ ਚੀਜ਼ਾਂ ਹੁੰਦੀਆਂ? ਇਹ ਹੁੰਦੀਆਂ, ਬਿਲਕੁਲ ਹੁੰਦੀਆਂ। ਅੱਛੀਆਂ ਚੀਜ਼ਾਂ ਵੀ ਹੁੰਦੀਆਂ, ਨੈਗੇਟਿਵ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਜਦੋਂ ਕੋਈ ਅਰਦਾਸ ਕਰਦੇ, ਸਾਡੇ ਲੂੰ ਕੰਡੇ ਖੜ੍ਹੇ ਹੋਣੇ ਸ਼ੁਰੂ ਹੋ ਜਾਂਦੇ ਆ, ਤਾਂ ਤੁਹਾਨੂੰ ਇਹ ਲੱਗਦਾ ਵੀ ਉਹ ਪਰਮਾਤਮਾ ਸਾਨੂੰ ਸਾਇੰਸ ਦਿੰਦਾ ਹੁੰਦਾ ਕਿ ਤੇਰੀ ਅਰਦਾਸ ਕਬੂਲ ਹੋ ਗਈ। ਜਦੋਂ ਅਸੀਂ ਇੰਨੇ ਸੱਚੇ ਮਨ ਨਾਲ ਅਰਦਾਸ ਕਰਦੇ ਹਾਂ ਨਾ, ਅੱਖਾਂ ਬੰਦ ਕਰਕੇ, ਕਈ ਵਾਰ ਸਾਡੇ ਲੂੰ ਕੰਡੇ ਖੜ੍ਹੇ ਹੋਣ ਲੱਗ ਜਾਂਦੇ ਉਸ ਵਕਤ। ਤੁਹਾਨੂੰ ਲੱਗਦਾ ਕਿ ਉਹਦਾ ਇੱਕ ਇਸ਼ਾਰਾ ਹੁੰਦਾ? ਕਈ ਵਾਰੀ ਅਸੀਂ ਪਾਠ ਕਰਦੇ ਰੋਣ ਲੱਗ ਪੈਂਦੇ ਹਾਂ, ਕਈ ਵਾਰੀ ਬੜੇ ਬੇਚੈਨ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਰੱਬ ਦੇ ਵਿੱਚ ਇਬਾਦਤ ਕਰਨ ਤੋਂ ਬਾਅਦ ਕਈ ਵਾਰੀ ਮੈਂ ਧਿਆਨ ਲਾਉਂਦੀ ਹੁੰਦੀ ਹਾਂ ਅਤੇ ਧਿਆਨ ਲਾਉਂਦੇ ਕਿਸੇ ਹੋਰ ਦੁਨੀਆ 'ਚ ਤੁਸੀਂ ਪਹੁੰਚ ਜਾਂਦੇ ਹੋ। ਔਰ ਜਾਂ ਫਿਰ ਜਦੋਂ ਤੁਸੀਂ ਜਿਵੇਂ ਦੱਸਿਆ ਅਰਦਾਸ ਕਰਦੇ ਲੂੰ ਕੰਡੇ ਖੜ੍ਹੇ ਹੁੰਦੇ ਆ, ਉਦੋਂ ਜਿਹੜੀਆਂ ਚੰਗੀਆਂ ਰੂਹਾਂ ਹੁੰਦੀਆਂ ਉਹ ਸਾਡੇ ਨਾਲ ਖੜੀਆਂ ਹੁੰਦੀਆਂ। ਕਹਿੰਦੇ ਜਦੋਂ ਤੁਹਾਡੀ ਕੋਈ ਅਰਦਾਸ ਕਬੂਲ ਨਾ ਹੋ ਰਹੀ ਹੋਵੇ ਨਾ, ਉਸ ਰੱਬ ਦੇ ਅੱਗੇ ਸਜਦਾ ਕਰੋ, ਅਰਦਾਸ ਕਰੋ ਅਤੇ ਉਹਦੇ ਸਾਹਮਣੇ ਖੁੱਲ੍ਹ ਕੇ ਰੋਵੋ, ਔਰ ਦੇਖਿਓ ਤੁਹਾਡੀ ਅਰਦਾਸ ਕਿੰਨੀ ਜਲਦੀ ਕਬੂਲ ਕਰਦਾ। ਰਾਈਟ। ਤੁਹਾਡੇ ਨਾਲ ਕੁਛ ਹੋਇਆ ਇਹੋ ਜਿਹਾ ਵੱਖਰਾ ਜਿਹਾ ਧਿਆਨ ਕੁਛ ਹੋਇਆ ਹੋਵੇ, ਉਹਦੀ ਸਿਫਤ ਸਲਾਹ ਕਰਦੇ ਹੋਏ ਉਹਦੇ 'ਚ ਧਿਆਨ ਹੋਇਆ? ਮੇਰੇ ਨਾਲ ਹੋਇਆ। ਜਦੋਂ ਮੈਂ ਪਿਛਲੇ ਘਰ 'ਚ ਰਹਿੰਦੀ ਸੀਗੀ, ਇਸ ਘਰ ਤੋਂ ਪਹਿਲਾਂ ਵਾਲਾ ਜਿਹੜਾ ਮੇਰਾ ਘਰ ਸੀਗਾ, ਅਤੇ ਮੈਂ ਸਵੇਰੇ 2:30 ਵਜੇ ਉੱਠ ਕੇ ਬਾਬਾ ਜੀ ਮੇਰੇ ਤੋਂ ਸੇਵਾ ਲੈਂਦੇ ਸੀਗੇ, ਔਰ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰਕੇ ਮੈਂ ਕੁਰਾਨ ਸ਼ਰੀਫ ਪੜ੍ਹਦੀ। ਉਸ ਤੋਂ ਬਾਅਦ ਮੈਂ ਤਸਬੀਹ ਕਰਦੀ ਹਾਂ ਆਪਣੀ ਮਾਲਾ। 4 ਅਲੱਗ-ਅਲੱਗ ਮੇਰੇ ਹੈਗੇ ਆ, ਅੱਲਾਹੁ ਸਮਦ, ਯਾ ਅਲੀ ਮਦਦ, ਐਂਡ ਗੋਬਿੰਦੇ ਮੁਕੰਦੇ ਅਦਾਰੇ ਅਪਾਰੇ, ਹਰਿ ਅੰਕ ਹਰਿ ਅੰਕ ਨਾਮੇ ਅਕਾਮੇ, ਐਂਡ ਇੱਕ ਹੋਰ ਮੇਰਾ ਪਾਠ ਹੈ, ਉਹਦੀ ਮੈਂ ਮਾਲਾ ਕਰਦੀ ਹੁੰਦੀ ਹਾਂ। ਪਾਠ ਕਰਨ ਤੋਂ ਬਾਅਦ ਨਾ ਮੈਂ ਅੱਖਾਂ ਬੰਦ ਕਰਕੇ ਧਿਆਨ ਲਾਉਂਦੀ ਹਾਂ, ਅਤੇ ਇੱਕੋ ਵਾਰੀ ਹੋਇਆ, ਦੁਬਾਰਾ ਕਦੀ ਹੋਇਆ ਨਹੀਂ ਮੇਰੇ ਨਾਲੋਂ। ਅਤੇ ਅੱਖਾਂ ਬੰਦ ਕਰਦੇ ਜਿਵੇਂ ਮੈਂ ਕਿਸੇ ਅਸਮਾਨ 'ਚ ਚਲੀ ਗਈ, ਬਹੁਤ ਉੱਪਰ ਚਲੀ ਗਈ ਮੈਂ,
ਤੇ ਮੇਰੀ ਬਾਡੀ ਉੱਥੇ ਸੀਗੀ ਬਟ ਮੇਰੀ ਸੋਲ ਉੱਥੇ ਨਹੀਂ ਸੀਗੀ। ਐਂਡ ਅਸਮਾਨਾਂ ਦੇ ਅੰਦਰ ਵੀ ਅਸਮਾਨ ਹੈ, ਅਸਮਾਨ ਹੈ, ਅਸਮਾਨ ਹੈ। ਸਡਨਲੀ ਮੇਰੀਆਂ ਅੱਖਾਂ ਬੰਦ ਸੀਗੀਆਂ। ਪਹੁੰਚਦੀ ਅੱਧੇ ਸੈਕਿੰਡ ਲਈ ਇੱਕ ਰੋਸ਼ਨੀ ਆਈ ਔਰ ਮੈਂ ਉਹਨੂੰ ਫੇਸ ਨਹੀਂ ਕਰ ਪਾਈ। ਇੱਕਦਮ ਮੇਰੀ ਅੱਖਾਂ ਖੁੱਲ੍ਹ ਗਈਆਂ, ਮੈਂ ਵਾਪਸ ਆ ਗਈ ਔਰ ਮੈਂ ਸਮਝ ਗਈ ਵੀ ਅੱਜ ਮੈਂ ਬਹੁਤ ਨੇੜੇ ਪਹੁੰਚ ਗਈ ਸੀ ਉਹਦੇ। ਔਰ ਮਤਲਬ ਉਹ ਜਿਹੜੀ ਲਾਈਟ ਸੀ ਨਾ, ਮਤਲਬ ਉਹ ਇੱਦਾਂ ਦੀ ਲਾਈਟ ਸੀਗੀ ਵੀ ਉਹਨੂੰ ਦੇਖ ਹੀ ਨਹੀਂ ਸਕਦਾ ਇਨਸਾਨ, ਅੰਨਾ ਹੋ ਜਾਏਗਾ। ਔਰ ਇੱਦਾਂ ਆ ਕੇ ਚਲੀ ਗਈ ਉਹ ਲਾਈਟ। ਫਿਰ ਮੈਨੂੰ ਲੱਗਿਆ ਵੀ ਮੈਨੂੰ ਕੋਈ ਚੀਜ਼ਾਂ ਹੀ ਉਠਾਉਂਦੀਆਂ, ਵੀ ਮੇਰੀ ਕੋਈ ਔਕਾਤ ਨਹੀਂ ਮੈਂ ਉੱਠ ਸਕਾਂ। ਨਹੀਂ, ਇਹ ਕਿਰਪਾ ਮੁੜ ਕੇ ਕਦੀ ਨਹੀਂ। ਮੈਂ ਫਿਰ ਧਿਆਨ ਲਾਉਣ ਦੀ ਕੋਸ਼ਿਸ਼ ਕਰਦੀ ਹਾਂ, ਅਸਮਾਨ ਵਿੱਚ ਜਾਂਦੀ ਹਾਂ, ਬੜੀ ਜਗ੍ਹਾ 'ਤੇ ਜਾਂਦੀ ਹਾਂ, ਰੂਹ ਮੇਰੀ ਜਾਂਦੀ ਹੈ, ਕਿਤੇ ਕਿਤੇ ਘੁੰਮ ਕੇ ਆ ਜਾਂਦੀ ਹੈ। ਬਟ ਉਹ ਜਿਹੜੀ ਇੱਕ ਲਾਈਟ ਦੇ ਮੈਨੂੰ ਦਰਸ਼ਨ ਹੋਏ ਸੀਗੇ, ਹੋ ਮਤਲਬ ਤੁਸੀਂ, ਉਹ ਜਿੱਦਾਂ ਹੀ ਮੇਰੇ ਸਾਹਮਣੇ ਆਈ ਵੀ ਮੇਰੀ ਅੱਖਾਂ ਖੁੱਲ੍ਹ ਗਈਆਂ। ਮੈਂ ਇੰਨਾ ਡਰ ਗਈ, ਐਡੀ ਜ਼ਿਆਦਾ ਲਾਈਟ ਸੀਗੀ, ਇੰਨੀ ਜ਼ਿਆਦਾ ਲਾਈਟ ਸੀਗੀ ਵੀ ਜਿੱਦਾਂ ਮੈਂ ਇਮੈਜਿਨ ਵੀ ਕਰਦੀ ਹੁੰਦੀ ਹਾਂ ਕਿ ਮੈਂ ਪਹੁੰਚ ਗਈ ਹਾਂ ਕਿਸੇ ਹੋਰ ਅਸਮਾਨ ਵਿੱਚ ਹਾਂ, ਰੂਹਾਂ ਹੈ ਉੱਥੇ ਜੋ ਜਾ ਚੁੱਕੀਆਂ ਜਾਂ ਅੱਛੀਆਂ ਰੂਹਾਂ। ਬਟ ਉਹ ਦੈਟ ਲਾਈਟ ਇਜ਼ ਮਾਈਂਡ ਬਲੋਇੰਗ। ਤੁਹਾਨੂੰ ਇਹੋ ਜਿਹਾ ਕੁਝ ਦਿਖਿਆ ਵੱਖਰਾ ਜਿਹਾ? ਇਹ ਲਾਈਟ ਹੋ ਗਈ ਜਿਵੇਂ ਤੁਸੀਂ ਕਹਿੰਦੇ ਕਿ ਕੋਈ ਹੋਰ ਦੁਆਰ ਖੁੱਲ੍ਹ ਜਾਂਦਾ, ਜਿਵੇਂ ਅਸੀਂ ਬਹੁਤ ਸਾਰੀਆਂ ਇਹ ਡਿਵੋਸ਼ਨਲ ਪੋਡਕਾਸਟ ਵੀ ਕੀਤੇ, ਉਹਨਾਂ 'ਚੋਂ ਦੱਸਦੇ ਕਈ ਵਾਰ ਇਨਸਾਨ ਧਰਤੀ ਤੋਂ ਉੱਪਰ ਉੱਠ ਜਾਂਦਾ, ਇੱਦਾਂ ਕੋਈ ਨਹੀਂ ਚਮਤਕਾਰ? ਉਦੋਂ ਮੈਂ ਸੀਗੀ ਨਹੀਂ ਧਰਤੀ 'ਤੇ, ਉਦੋਂ ਮੈਂ ਉੱਥੇ ਹੀ ਸੀਗੀ ਜਿੱਥੇ ਲਾਈਟ ਦਿਖੀ ਮੈਨੂੰ। ਮੈਂ ਨਹੀਂ। ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇਹ ਚੀਜ਼ਾਂ ਵੱਲ ਕਿਵੇਂ ਜੁੜ ਗਏ? ਮੈਂ ਤੁਹਾਨੂੰ ਦੱਸਿਆ ਨਾ, ਮੇਰੀ ਨਾਨਕੇ ਪਰਿਵਾਰ 'ਚ 2-3 ਰੂਹਾਂ ਇਹੋ ਜਿਹੀਆਂ ਆਈਆਂ ਸੀਗੀਆਂ ਜੋ ਇਸ ਟਾਈਮ ਧਰਤੀ 'ਤੇ ਨਹੀਂ ਹੈ। ਫਿਰ ਮੈਂ ਰੱਬ 'ਚ ਬਹੁਤ ਯਕੀਨ ਮੰਨਦੀ ਹਾਂ, ਸੰਤਾਂ ਮਹਾਤਮਾ ਨੂੰ ਬਹੁਤ ਮੰਨਦੀ ਹਾਂ, ਜਿਹੜੀਆਂ ਰੂਹਾਂ ਬਹੁਤ ਚੰਗੀਆਂ। ਪਾਠ ਦੇ ਵਿੱਚ ਐਕਚੁਅਲੀ ਕਿਸੇ ਕੋ ਜਾਣ ਨਾਲ ਕੁਛ ਨਹੀਂ ਹੁੰਦਾ, ਤੁਹਾਡੇ ਘਰ ਹੀ ਸਾਰਾ ਕੁਛ ਹੀ ਹੈ। ਪਾਠ ਕਰੋ। ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਮੰਨਦੇ ਹਾਂ ਮੈਂ, ਅੱਲਾਹ ਤਾਲਾ ਨੂੰ ਬਹੁਤ ਮੰਨਦੀ ਹਾਂ। ਕੁਰਾਨ ਸ਼ਰੀਫ, ਅਜੀਬ ਲੱਗੇਗਾ ਕਿ ਇੱਕ ਸਿੱਖ ਪਰਿਵਾਰ 'ਚ ਹੋ ਕੇ, ਹੈ ਨਾ। ਅਤੇ ਹਰ ਧਰਮ ਨੂੰ ਮੰਨਦੇ ਤੁਸੀਂ? ਗੁਰਦੁਆਰੇ ਵੀ ਜਾਂਦੀ ਹਾਂ, ਮਸਜਿਦ ਵੀ ਜਾਂਦੀ ਹਾਂ, ਮੰਦਿਰ ਵੀ ਜਾਂਦੀ ਹਾਂ, ਚਰਚ ਵੀ ਜਾਂਦੀ ਹਾਂ, ਸਾਰੇ ਕਿਤੇ ਜਾਂਦੀ ਹਾਂ। ਪਤਾ ਨਹੀਂ, ਹੁਣ ਤਾਂ ਮੈਨੂੰ ਗੁਰਲੀਨ ਚੋਪੜਾ ਦੀ ਬਾਡੀ ਮਿਲੀ ਹੈ ਨਾ, ਮੈਨੂੰ ਨਹੀਂ ਪਤਾ ਮੇਰੀ ਸੋਲ ਕੀ ਹੈ। ਪਿਛਲੇ ਜਨਮ 'ਚ ਮੈਂ ਮੁਸਲਮਾਨ ਸੀਗੀ, ਕ੍ਰਿਸਚਨ ਸੀਗੀ ਜਾਂ ਹਿੰਦੂ ਸੀਗੀ। ਮੈਂ ਲਕਸ਼ਮੀ ਮਾਤਾ ਦੇ ਵਰਤ ਵੀ ਰੱਖਦੀ ਹਾਂ। ਬਹੁਤ ਸਾਰੇ ਮੈਨੂੰ ਕਮੈਂਟ ਕਰਦੇ ਆ, ਗੁਰਲੀਨ ਮੈਮ ਤੁਸੀਂ ਸਿੱਖ ਹੋ ਕੇ ਵਰਤ ਕਿਉਂ ਰੱਖਦੇ ਹੋ? ਕਿਉਂ ਨਾ ਰੱਖਾਂ? ਮਤਲਬ ਸਮ ਟਾਈਮ ਨਾ ਇੱਦਾਂ ਹੋ ਜਾਂਦਾ ਕਿ ਜਦੋਂ ਤੁਸੀਂ ਇੱਕ ਸੈਲੀਬ੍ਰਿਟੀ ਬਣ ਜਾਂਦੇ ਹੋ ਨਾ, ਤੁਹਾਨੂੰ ਕਮੈਂਟਬਾਜ਼ੀ ਬੜੀ ਹੁੰਦੀ ਹੈ, ਇਹ ਤਾਂ ਇੱਦਾਂ। ਯਾਰ ਅਸੀਂ ਵੀ ਤਾਂ ਇਨਸਾਨ ਆ ਨਾ। ਮਤਲਬ ਤੁਸੀਂ ਜੇ ਚੰਗਾ ਨਹੀਂ ਲਿਖ ਸਕਦੇ, ਮਾੜਾ ਤਾਂ ਨਾ ਲਿਖੋ ਕਿਸੇ ਦੇ ਬਾਰੇ। ਕਿਉਂ? ਅਗਰ ਮੈਂ ਇੱਕ ਐਕਟਰ ਹਾਂ ਜਾਂ ਮੈਂ ਇੱਕ ਸਿੱਖ ਧਰਮ 'ਚ ਪੈਦਾ ਹੋਈ ਹਾਂ, ਮੇਰੀ ਕੋਈ ਚੁਆਇਸ ਨਹੀਂ ਹੋ ਸਕਦੀ। ਮੈਂ ਸ਼ਰਟ ਨਹੀਂ ਪਾ ਸਕਦੀ,